स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਦਾ ਫੇਸਬੁੱਕ ਪੇਜ। ਅਹਿਮ ਖਬਰ ਤੁਹਾਡੇ ਤੱਕ ਲੈ ਕੇ ਆਏ ਹਾਂ। 7ਵੇਂ ਗੇੜ ਦੀ ਜਿਹੜੀ ਅੰਦਰ ਗੱਲਬਾਤ ਹੋ ਰਹੀ ਹੈ ਉਸ ਬਾਰੇ ਤਾਜ਼ਾ ਅਪਡੇਟ ਸੂਤਰਾਂ ਦੇ ਮੁਤਾਬਕ ਜੋ ਅਪਡੇਟ ਸਾਡੇ ਤੱਕ ਆਇਆ ਉਹ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਅਜਿਹਾ ਲੱਗ ਰਿਹਾ ਕਿ ਇਹ ਗੱਲਬਾਤ ਵੀ ਪੂਰੀ ਤਰ੍ਹਾਂ ਬੇਨਤੀਜਾ ਬੇਸੱਟਾ ਰਹੇਗੀ। ਜੋ ਚਰਚਾ ਅੰਦਰ ਚੱਲ ਰਹੀ ਹੈ, ਸਰਕਾਰ ਅੜ ਗਈ ਹੈ ਇੱਕ ਵਾਰ ਫਿਰ ਤੋਂ ਕਿ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਵਾਪਸ ਨਹੀਂ ਹੋਣਗੇ। ਇਸ ਤੇ ਕੋਈ ਚਰਚਾ ਕਰ ਹੀ ਨਹੀਂ ਰਹੀ ਸਰਕਾਰ। ਅਜਿਹਾ ਅੰਦਰ ਖਾਤੇ ਉਹ ਪਤਾ ਲੱਗ ਰਿਹਾ। ਹੁਣ ਵੱਡੀ ਖਬਰ ਇਹ ਹੈ ਕਿ ਸਰਕਾਰ ਇਹ ਕਹਿ ਰਹੀ ਹੈ ਕਿ ਪਹਿਲਾਂ ਦੂਜੇ ਮੁੱਦਿਆਂ ਤੇ ਗੱਲਬਾਤ ਕਰ ਲਓ, ਆਪਾਂ ਇਸ ਮੁੱਦੇ ਤੇ ਗੱਲਬਾਤ ਦੁਬਾਰਾ ਕਰ ਸਕਦੇ ਹਾਂ। ਪਰ ਕਿਸਾਨ ਅੜ ਗਏ ਨੇ, ਕਿਸਾਨਾਂ ਨੇ ਮੌਨ ਧਾਰਨ ਕਰ ਲਿਆ। ਕਿਸਾਨ ਕਹਿੰਦੇ ਨੇ ਕਿ ਪਹਿਲਾਂ ਤਿੰਨੇ ਖੇਤੀ ਕਾਨੂੰਨ ਜਿਹੜੇ ਬਣਾਏ ਹੋਏ ਨੇ ਉਹਦੇ ਤੇ ਚਰਚਾ ਹੋਵੇ, ਉਹਨੂੰ ਰੱਦ ਕੀਤਾ ਜਾਵੇ, ਵਾਪਸ ਲਿਆ ਜਾਵੇ, ਉਸ ਤੋਂ ਬਾਅਦ ਹੀ ਕਿਸੇ ਹੋਰ ਗੱਲ ਤੇ ਸਹਿਮਤੀ ਬਣ ਸਕਦੀ ਹੈ। ਪਰ ਜੋ ਸਾਡੇ ਸੂਤਰ ਦੱਸ ਰਹੇ ਨੇ, ਇੱਕ ਟੁੱਕ ਜਵਾਬ ਦੇ ਦਿੱਤਾ ਹੈ ਸਰਕਾਰ ਨੇ, ਕੇਂਦਰ ਸਰਕਾਰ ਨੇ, ਕਿ ਇਹ ਤਿੰਨੇ ਕਾਨੂੰਨ ਨੇ ਜਿਹੜੇ ਵਾਪਸ ਨਹੀਂ ਹੋ ਸਕਦੇ, ਰੱਦ ਨਹੀਂ ਹੋ ਸਕਦੇ। ਅਮੈਂਡਮੈਂਟ ਕੋਈ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਅਮੈਂਡਮੈਂਟ ਕਰਾ ਸਕਦੇ ਹੋ, ਪਰ ਇਹ ਤਿੰਨੇ ਕਾਨੂੰਨ ਅਸੀਂ ਵਾਪਸ ਨਹੀਂ ਲੈਣੇ। ਇਸ ਤੋਂ ਇਲਾਵਾ ਐਮਐਸਪੀ ਤੇ ਵੀ ਕੋਈ ਚਰਚਾ ਖਾਸ ਨਹੀਂ ਹੋ ਪਾਈ। ਕੋਈ ਠੋਸ ਕਦਮ ਸਰਕਾਰ ਵੱਲੋਂ ਚੁੱਕਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਅੱਜ ਦੀ ਮੀਟਿੰਗ ਕਹਿ ਸਕਦੇ ਹੋ ਕਿ ਪੂਰੀ ਤਰ੍ਹਾਂ ਬੇਸੱਟਾ ਰਹਿਣ ਦੇ ਆਸਾਰ ਨੇ। ਅੰਦਰੋਂ ਜੋ ਸੂਤਰਾਂ ਦੇ ਮੁਤਾਬਕ ਖਬਰ ਮਿਲ ਰਹੀ ਹੈ, ਜੋ ਕਿਸਾਨ ਆਗੂ ਫੇਸਬੁੱਕ ਤੇ ਲਾਈਵ ਹੋ ਕੇ ਦੱਸ ਰਹੇ ਨੇ, ਉਹਨਾਂ ਦੇ ਮੁਤਾਬਕ ਜੋ ਮੋਟੀ-ਮੋਟੀ ਗੱਲ ਸਮਝ ਇਹੀ ਆਉਂਦੀ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਸਰਕਾਰ ਕੋਲ ਕੁਝ ਵੀ ਕਹਿਣ ਨੂੰ ਨਹੀਂ ਹੈ, ਕੁਝ ਵੀ ਸੱਟਾਜਨਕ ਨਹੀਂ ਹੈ ਕਹਿ ਸਕਦੇ ਹੋ ਕਿ ਨਿਚੋੜ ਦੇ ਵਿੱਚ ਪਹੁੰਚਿਆ ਜਾ ਸਕੇ, ਜਿਸ ਤੋਂ ਬਾਅਦ ਇਹ ਕਿਹਾ ਜਾ ਸਕੇ ਕਿ ਇਹ ਸੰਘਰਸ਼ ਖਤਮ ਹੋ ਸਕਦਾ। ਕਿਤੇ ਨਾ ਕਿਤੇ ਲੱਗ ਰਿਹਾ ਕਿ ਸਰਕਾਰ ਸਿਰਫ ਟਾਈਮ ਟਪਾਉਣ ਦਾ ਹੀ ਕੰਮ ਕਰਦੀ ਰਹੀ। ਪਹਿਲਾਂ ਜਿਹੜੀ ਮੀਟਿੰਗ ਹੋਈ ਉਸ ਤੋਂ ਬਾਅਦ ਇੱਕ ਹੋਰ ਮੀਟਿੰਗ ਦਾ ਟਾਈਮ ਦਿੱਤਾ। ਬੜੀ ਆਸ ਤੇ ਉਮੀਦ ਸੀ ਕਿ ਦੋ ਕਾਨੂੰਨਾਂ ਤੇ ਜੇ ਸਹਿਮਤੀ ਬਣੀ ਹੈ, ਹਾਲਾਂਕਿ ਸਰਕਾਰ ਨੂੰ 50% ਕਹਿੰਦੀ ਸੀ ਕਿ 50% ਪ੍ਰਾਪਤੀ ਹੈ, ਪਰ ਕਿਸਾਨ ਆਗੂ ਨੂੰ 33% ਪ੍ਰਾਪਤੀ ਵੀ ਨਹੀਂ ਮੰਨਦੇ ਸੀਗੇ, ਕਿਉਂਕਿ ਜਿਹੜੀਆਂ ਮੇਨ ਮੰਗਾਂ ਸੀਗੀਆਂ, ਜਿਹੜੇ ਮੁੱਖ ਮੁੱਦੇ ਸੀਗੇ, ਉਹ ਮੁੱਦੇ ਤਾਂ ਉਵੇਂ ਪਏ ਸੀਗੇ, ਉਹਨਾਂ ਤੇ ਕੋਈ ਸਹਿਮਤੀ ਬਣ ਨਹੀਂ ਪਾ ਰਹੀ ਸੀ। ਤਿੰਨ ਖੇਤੀ ਕਾਨੂੰਨਾਂ ਦੀ ਗੱਲ ਹੋਵੇ ਜਾਂ ਫਿਰ ਐਮਐਸਪੀ ਦੀ ਗੱਲ ਹੋਵੇ, ਇਹ ਮੁੱਖ ਮੰਗਾਂ ਸੀਗੀਆਂ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਨੇ, ਵਾਪਸ ਲਏ ਜਾਣੇ ਚਾਹੀਦੇ ਨੇ, ਐਮਐਸਪੀ ਯਕੀਨੀ ਬਣਾਉਣੀ ਚਾਹੀਦੀ ਹੈ, ਖਰੀਦ ਯਕੀਨੀ ਬਣਾਉਣੀ ਚਾਹੀਦੀ ਹੈ। ਉਹੀ ਮੁੱਖ ਮੁੱਦੇ ਸੀਗੇ। ਅੱਜ ਇਹਨਾਂ ਮੁੱਦਿਆਂ ਤੇ ਹੀ ਚਰਚਾ ਹੋਈ। ਸਵੇਰ ਤੋਂ ਲੈ ਕੇ ਹੁਣ ਤੱਕ ਸਿਰਫ ਚਰਚਾ ਹੀ ਹੋਈ, ਕੋਈ ਵੀ ਸੱਟਾ ਨਹੀਂ ਨਿਕਲ ਪਾਇਆ। ਹੁਣ ਕਿਸਾਨਾਂ ਨੇ ਮੌਨ ਧਾਰਨ ਕਰ ਲਿਆ ਕਿ ਤੁਸੀਂ ਸਾਨੂੰ ਇੱਕ ਟੁਕ ਜਵਾਬ ਦੇ ਦਿਓ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ, ਕੀ ਵਾਕਈ ਕਾਨੂੰਨ ਵਾਪਸ ਲੈਣੇ ਨੇ ਜਾਂ ਨਹੀਂ ਲੈਣੇ। ਸਾਡਾ ਸਮਾਂ ਖਰਾਬ ਕਰ ਰਹੇ ਹੋ। ਸਾਡੇ ਕਿਸਾਨ ਉੱਥੇ ਠੰਡ ਦੇ ਵਿੱਚ ਰੋਲ ਰਹੇ ਨੇ, ਰੋਜ਼ ਮੌਤਾਂ ਹੋ ਰਹੀਆਂ ਨੇ, 2 3 4 ਤੱਕ ਮੌਤਾਂ ਵੀ ਜਿਹੜੀਆਂ ਨੇ ਕਿਸਾਨ ਭਾਈਚਾਰੇ ਦੀਆਂ ਹਰ ਰੋਜ਼ ਹੋ ਰਹੀਆਂ ਨੇ। ਅਜਿਹੇ ਦੇ ਵਿੱਚ ਜੇਕਰ ਸਰਕਾਰ ਗੰਭੀਰਤਾ ਦੇ ਨਾਲ ਇਹਨਾਂ ਮੁੱਦਿਆਂ ਨੂੰ ਨਹੀਂ ਲੈਂਦੀ ਤਾਂ ਫਿਰ ਇਸ ਦਾ ਕੋਈ ਫਾਇਦਾ ਨਹੀਂ ਹੈ ਵਾਰ-ਵਾਰ ਮੀਟਿੰਗਾਂ ਕਰਨ ਦਾ। ਔਰ ਇੱਕ ਗੱਲ ਹੋਰ ਦੱਸਦੀ ਕਿ ਹੁਣੇ ਇੱਕ ਹੋਰ ਖਬਰ ਜਿਹੜੀ ਹੈ ਉਹ ਅੰਦਰੋਂ ਆਈ ਹੈ। ਸਰਕਾਰ ਇਹ ਦਾਵਾ ਕਰ ਰਹੀ ਹੈ ਅਸੀਂ 10 ਕਦਮ ਚੱਲੇ, ਕਿਸਾਨ ਇੱਕ ਕਦਮ ਅੱਗੇ ਨਹੀਂ ਵਧੇ। ਤੋਮਰ ਖੇਤੀਬਾੜੀ ਮੰਤਰੀ, ਕੇਂਦਰੀ ਖੇਤੀਬਾੜੀ ਮੰਤਰੀ ਨੇ ਇਹ ਕਿਹਾ ਕਿ ਕਿਸਾਨ ਇੱਕ ਕਦਮ ਵੀ ਅੱਗੇ ਨਹੀਂ ਚੱਲ ਪਾ ਰਹੇ, ਅਸੀਂ 10 ਕਦਮ ਅੱਗੇ ਆਏ ਹਾਂ। ਕਿਸਾਨ ਟਸ ਤੋਂ ਮਸ ਨਹੀਂ ਹੋ ਰਹੇ। ਇਸ ਲਈ ਕਿਸਾਨਾਂ ਨੂੰ ਉਹ ਵਾਰ-ਵਾਰ ਅਪੀਲ ਕਰਦੇ ਨੇ ਕਿ ਥੋੜਾ ਕਿਸਾਨ ਵੀ ਅੱਗੇ ਵਧਣ। ਕਿਸਾਨ ਭਾਈਚਾਰਾ ਕਹਿੰਦਾ ਕਿ ਜਿਸ ਦਿਨ ਅਸੀਂ ਪਹਿਲੇ ਦਿਨ ਘਰੋਂ ਨਿਕਲੇ ਆ, ਇਹ ਕਹਿ ਕੇ ਨਿਕਲੇ ਆ ਕਿ ਸਾਡਾ ਨਾ ਖੱਬੇ ਨਾ ਸੱਜੇ, ਸਿਰਫ ਇੱਕੋ ਮਕਸਦ ਹੈ ਕਿ ਇਹ ਕਾਨੂੰਨ ਵਾਪਸ ਲਓ, ਕਾਨੂੰਨ ਰੱਦ ਕਰੋ। ਇਸ ਤੋਂ ਇਲਾਵਾ ਹੋਰ ਕੋਈ ਮਕਸਦ ਹੀ ਨਹੀਂ ਹੈ। ਅਜੇ ਇਹਦੇ ਵਿੱਚ ਤੁਸੀਂ ਜੇ ਕਈ ਜੋ ਅਮੈਂਡਮੈਂਟ ਕਰ ਦੋ, ਤਰਮੀਮ ਕਰ ਦੋ, ਇਹ ਤੁਹਾਡੇ ਵੱਲੋਂ ਹੈ, ਕਿਸਾਨਾਂ ਵੱਲੋਂ ਨਹੀਂ ਹੈ। ਇਸੇ ਕਰਕੇ ਸਰਕਾਰ ਦਾ ਇਹ ਜਿਹੜਾ ਤਰਕ ਹੈ ਕਿ ਅਸੀਂ 10 ਕਦਮ ਅੱਗੇ ਚੱਲੇ ਆ, ਕਿਸਾਨ ਇੱਕ ਕਦਮ ਨਹੀਂ ਅੱਗੇ ਚੱਲਦੇ, ਇਹ ਕਿਤੇ ਨਾ ਕਿਤੇ ਖੜਦਾ ਦਿਖਾਈ ਨਹੀਂ ਦੇ ਰਿਹਾ। ਕਿਉਂਕਿ ਕਿਸਾਨਾਂ ਨੇ ਕਦੇ ਵੀ ਨਹੀਂ ਇਹ ਕਿਹਾ ਕਿ ਸਰਕਾਰ ਜਿਹੜੀ ਹੈ ਉਹ ਅਮੈਂਡਮੈਂਟ ਕਰ ਦੇ। ਕਿਸਾਨਾਂ ਨੇ ਕਦੇ ਨਹੀਂ ਇਹ ਕਿਹਾ ਕਿ ਸਰਕਾਰ 2 ਕਾਨੂੰਨ ਰੱਦ ਕਰ ਦੇ ਤੇ 2 ਬਾਕੀ ਰਹਿਣ ਦੇ। ਕਿਸਾਨਾਂ ਨੇ ਇਕਜੁੱਟਤਾ ਦੇ ਨਾਲ, ਇੱਕ ਸੁਰਤਾ ਦੇ ਨਾਲ ਇੱਕੋ ਗੱਲ ਕਹੀ ਸੀ ਕਿ ਸਾਰੇ ਕਾਨੂੰਨ ਨੇ ਜਿਹੜੇ ਉਹ ਵਾਪਸ ਲਏ ਜਾਣ। ਇਹ ਹਾਲੇ ਤੱਕ ਦੀ ਜਿਹੜੀ ਅਪਡੇਟ ਅੰਦਰੋਂ ਨਿਕਲ ਕੇ ਸਾਹਮਣੇ ਆ ਰਹੀ ਹੈ। ਇਹ ਵੀ ਪਤਾ ਲੱਗਿਆ ਕਿ ਜਿਹੜੇ ਮੰਤਰੀ ਨੇ ਉਹ ਆਪਸ ਦੇ ਵਿੱਚ ਵਿਚਾਰ ਚਰਚਾ ਕਰ ਰਹੇ ਨੇ, ਕਮਰੇ ਚੋਂ ਬਾਹਰ ਨਿਕਲ ਗਏ ਨੇ, ਮੀਟਿੰਗ ਵਾਲੀ ਕਮਰੇ ਦੇ ਵਿੱਚੋਂ, ਔਰ ਕਿਸਾਨ ਜਿਹੜੇ ਨੇ ਉਹ ਮੌਨ ਧਾਰਨ ਕਰ ਚੁੱਕੇ ਨੇ। ਦਿਨ ਦੀ ਇੱਕ ਹੋਰ ਵੱਡੀ ਅਪਡੇਟ ਤੁਹਾਨੂੰ ਦੱਸਦੇ ਹਾਂ। ਅੱਜ ਰਿਲਾਇੰਸ ਨੇ ਵੀ ਆਪਣੀ ਚੁੱਪੀ ਤੋੜੀ ਹੈ ਇਸ ਮੁੱਦੇ ਦੇ ਉੱਤੇ। ਰਿਲਾਇੰਸ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਹੈ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ। ਇਹ ਕਿਹਾ ਗਿਆ ਕਿ ਸਾਡੀ ਸੰਪत्ति ਦਾ ਤੇ ਜਾਨ ਮਾਲ ਦਾ ਜਿਹੜਾ ਨੁਕਸਾਨ ਹੋ ਰਿਹਾ ਉਹਦੇ ਵਿੱਚ ਦਖਲ ਅੰਦਾਜ਼ੀ ਹਾਈ ਕੋਰਟ ਵੱਲੋਂ ਕੀਤੀ ਜਾਵੇ। ਜਿੰਨੇ ਜੀਓ ਦੇ ਟਾਵਰ ਤੋੜੇ ਜਾ ਰਹੇ ਨੇ ਜਾਂ ਬੰਦ ਕੀਤੇ ਜਾ ਰਹੇ ਨੇ, ਉਹਨਾਂ ਨੂੰ ਬਚਾਇਆ ਜਾਵੇ, ਉਹਨਾਂ ਤੇ ਹਾਈ ਕੋਰਟ ਦੀ ਦਖਲ ਅੰਦਾਜ਼ੀ ਹੋਵੇ। ਸਰਕਾਰ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣ ਕਿ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਰਿਲਾਇੰਸ ਦਾ ਇਹ ਤਰਕ ਹੈ ਕਿ ਸਾਡੇ ਅਰਬਾਂ ਰੁਪਿਆਂ ਦੇ ਜੀਓ ਟਾਵਰ ਤੇ ਸਾਡੇ ਸੈਂਕੜੇ ਮੁਲਾਜ਼ਮਾਂ ਦੀ ਜਾਨ ਖਤਰੇ ਦੇ ਵਿੱਚ ਹੈ। ਅਜਿਹੇ ਦੇ ਵਿੱਚ ਹਾਈ ਕੋਰਟ ਇੰਟਰਵੀਨ ਕਰੇ ਔਰ ਪੰਜਾਬ ਸਰਕਾਰ ਨੂੰ ਹਦਾਇਤਾਂ ਦੇਵੇ ਕਿ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਨਾਲ ਹੀ ਕੁਝ ਹੋਰ ਕਲੌਜ਼ ਵਾਈਜ਼ ਕਲੌਜ਼ ਉਹਨਾਂ ਨੇ 6-7 ਕਲੌਜ਼ ਦੱਸੇ ਨੇ ਰਿਲਾਇੰਸ ਨੇ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਰਿਲਾਇੰਸ ਹੈਗਾ ਉਹ ਕਦੇ ਵੀ ਕੰਟਰੈਕਟ ਫਾਰਮਿੰਗ ਦੇ ਵਿੱਚ
ਦਿਲਚਸਪੀ ਨਹੀਂ ਰੱਖਦਾ, ਨਾ ਅਸੀਂ ਕਰਵਾਉਂਦੇ ਆ, ਨਾ ਅਸੀਂ ਪਹਿਲਾਂ ਕੀਤੀ ਹੈ, ਨਾ ਹੀ ਭਵਿੱਖ ਦੇ ਵਿੱਚ ਅਸੀਂ ਕਰਾਂਗੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਖੇਤੀ ਕਾਨੂੰਨਾਂ ਨਾਲ ਰਿਲਾਇੰਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਅਸੀਂ ਇਸ ਮੁੱਦੇ ਤੇ ਕਦੇ ਵੀ ਇੰਟਰਵਿਊ ਨਹੀਂ ਕੀਤਾ, ਨਾ ਹੀ ਅਸੀਂ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਜਾਂ ਵਿਰੋਧ ਦੇ ਵਿੱਚ ਕੋਈ ਪ੍ਰਤੀਕਿਰਿਆ ਦਿੰਦੇ ਆ। ਪਰ ਇਸ ਗੱਲ ਦੇ ਵਿੱਚ ਅਸੀਂ ਹਾਮੀ ਭਰਦੇ ਹਾਂ ਕਿ ਅਸੀਂ ਜਿਹੜਾ ਖੇਤੀ ਸੈਕਟਰ ਹੈ ਉਹਦੇ ਵਿੱਚ ਅਸੀਂ ਨਹੀਂ ਆਉਣਾ ਚਾਹੁੰਦੇ। ਇਸ ਕਰਕੇ ਸਾਨੂੰ ਕੁਝ ਸ਼ਰਾਰਤੀ ਤੱਥਾਂ ਵੱਲੋਂ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਇਹ ਰਿਲਾਇੰਸ ਨੇ ਜਿਹੜਾ ਅੱਜ ਇੱਕ ਪ੍ਰੈਸ ਨੋਟ ਜਾਰੀ ਕੀਤਾ, ਮੁਕੇਸ਼ ਅੰਬਾਨੀ ਵੱਲੋਂ ਇਹ ਪ੍ਰੈਸ ਨੋਟ ਜਾਰੀ ਹੋਇਆ। ਇਸ ਦਾ ਅਸਰ ਕਿਸਾਨ ਭਾਈਚਾਰੇ ਤੇ ਕਿੰਨਾ ਕੁ ਹੋਏਗਾ ਇਹ ਤਾਂ ਪਤਾ ਨਹੀਂ, ਪਰ ਇੱਕ ਲੰਬੇ ਸਮੇਂ ਬਾਅਦ ਚੁੱਪੀ ਜ਼ਰੂਰ ਰਿਲਾਇੰਸ ਨੇ ਅੱਜ ਤੋੜੀ ਹੈ ਔਰ ਪਟੀਸ਼ਨ ਦਾਖਲ ਕੀਤੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਸਾਨੂੰ ਬਚਾਇਆ ਜਾਵੇ। ਪੰਜਾਬ ਦੇ ਵਿੱਚ ਜਿੰਨਾ ਸਾਡਾ ਨੁਕਸਾਨ ਹੋ ਰਿਹਾ, ਰੋਜ਼ਗਾਰ ਦਾ ਨੁਕਸਾਨ ਹੋ ਰਿਹਾ, ਉਹ ਸਾਨੂੰ ਬਚਾਇਆ ਜਾਵੇ। ਹੁਣ ਦੇਖਣਾ ਹੋਏਗਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਸ ਮੁੱਦੇ ਤੇ ਕੀ ਡਿਸੀਜਨ ਲੈਂਦੀ ਹੈ। ਪਰ ਬੜੇ ਭਰੇ ਮਨ ਦੇ ਨਾਲ ਕਹਿਣਾ ਪੈ ਰਿਹਾ ਕਿ ਅੱਜ ਦੀ ਮੀਟਿੰਗ ਵੀ ਲੱਗ ਰਿਹਾ ਕਿ ਵਿਫਲ ਹੀ ਰਹੇਗੀ। ਅੱਜ ਦੀ ਮੀਟਿੰਗ ਵੀ ਕਿਤੇ ਸਿਰੇ ਚੜ੍ਹਦੀ ਹੋਈ ਦਿਖਾਈ ਨਹੀਂ ਦੇ ਰਹੀ। ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਹੁਣ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਉਹਨਾਂ ਦਾ ਜੇ ਤੱਤ ਕੱਢ ਲਓਗੇ ਤਾਂ ਸਾਰੀਆਂ ਮੀਟਿੰਗਾਂ ਹੀ ਬੇਸਿੱਟਾ ਕਹਿ ਸਕਦੇ ਹੋ। ਜੇਕਰ ਅੱਜ ਦੀ ਮੀਟਿੰਗ ਬੇਸਿੱਟਾ ਰਹੀ, ਅਸੀਂ ਕਹਿ ਸਕਦੇ ਹਾਂ ਹੁਣ ਤੋਂ ਪਹਿਲਾਂ ਜਿੰਨੀਆਂ ਗੱਲਬਾਤਾਂ ਹੋਈਆਂ, ਜਿੰਨੇ ਵੀ ਚਰਚਾਵਾਂ ਹੋਈਆਂ ਨੇ, ਉਹ ਸਾਰੀਆਂ ਬੇਸਿੱਟਾ ਰਹੀਆਂ, ਕਿਉਂਕਿ ਜੇ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਉਹ ਸਾਰੀਆਂ ਮੀਟਿੰਗਾਂ ਦਾ ਵੀ ਨਤੀਜਾ ਬੇਸਿੱਟਾ ਹੀ ਕਹਿ ਸਕਦੇ ਕਿ ਨਿਕਲੇਗਾ। ਹੁਣ ਤਾਂ ਥੋੜੀ ਦੇਰ ਬਾਅਦ ਹੀ ਜਦੋਂ ਕਿਸਾਨ ਭਾਈਚਾਰਾ ਬਾਹਰ ਆਏਗਾ ਤਾਂ ਸਥਿਤੀ ਸਪਸ਼ਟ ਹੋਏਗੀ। ਅਗਲੀ ਰਣਨੀਤੀ ਕੀ ਹੈ, ਅੱਗੇ ਹੁਣ ਕਿਸਾਨ ਭਾਈਚਾਰਾ ਕੀ ਕਹਿਣ ਜਾ ਰਿਹਾ ਜਾਂ ਕੀ ਕਰਨ ਜਾ ਰਿਹਾ, ਕਿਉਂਕਿ ਕਿਸਾਨ ਤਾਂ ਬਸ ਇਕਜੁੱਟ ਨੇ ਔਰ ਇਸੇ ਗੱਲ ਤੇ ਖੜੇ ਹੋਏ ਨੇ ਜਦ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਨਹੀਂ ਚੁੱਕਣਾ। ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ। ਧੰਨਵਾਦ।